नमस्कार दोस्तों, स्वागत है आपका हमारे यूट्यूब चैनल एग्जाम प्रिपरेशन पर। आज का सेशन शुरू करने से पहले यदि आप हमारे चैनल पर नए हैं तो हमारे इस चैनल को सब्सक्राइब करें, वीडियो को लाइक करें, शेयर करें और बेल बटन को प्रेस करना ना भूलें। ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਪੜਾਂਗੇ ਭਾਰਤੀ ਸੰਵਿਧਾਨ ਦਾ ਵਿਕਾਸ। ਅੱਜ ਇਸ ਸੀਰੀਜ਼ ਦਾ ਭਾਗ ਤੀਸਰਾ ਪੜਾਂਗੇ ਤੇ ਇਸ ਦੇ ਵਿੱਚ ਪੜਾਂਗੇ ਆਪਾਂ ਚਾਰਟਰ ਐਕਟ 1858, ਇੰਡੀਅਨ ਕੌਂਸਲ ਐਕਟ 1861 ਤੇ ਇੰਡੀਅਨ ਕਾਉਂਸਲ ਐਕਟ 1892। ਚੱਲਦੇ ਹਾਂ ਜੀ ਅੱਜ ਦੇ ਆਪਣੇ ਇਸ ਟੌਪਿਕ ਤੇ। ਚਾਰਟਰ ਐਕਟ 1858 1857 ਦੀ ਕ੍ਰਾਂਤੀ ਤੋਂ ਬਾਅਦ ਕੰਪਨੀ ਤੋਂ ਭਾਰਤੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਵਾਪਸ ਲੈਣ ਲਈ ਅਤੇ ਤਾਜ ਨੂੰ ਭਾਰਤੀ ਪ੍ਰਸ਼ਾਸਨ ਦੀ ਪ੍ਰਤੱਖ ਰੂਪ ਦੇ ਵਿੱਚ ਵਾਂਗਡੋਰ ਸੰਭਾਲਣ ਦੀ ਜਿਹੜੀ ਮੰਗ ਹੈ ਉਹ ਤੇਜ਼ ਹੋ ਚੁੱਕੀ ਸੀ ਤੇ ਚਾਰਟਰ ਐਕਟ 1858 ਅਸਲ ਦੇ ਵਿੱਚ ਇਸੇ ਮੁੱਖ ਉਦੇਸ਼ ਨੂੰ ਧਿਆਨ ਵਿੱਚ ਰੱਖ ਕੇ ਪਾਸ ਕੀਤਾ ਗਿਆ ਤੇ ਇਸ ਦੇ ਨਾਲ ਉਦੇਸ਼ ਸੀਗਾ ਭਾਰਤੀ ਪ੍ਰਸ਼ਾਸਨ ਵਿੱਚ ਸੁਧਾਰ ਕਰਨਾ ਤੇ ਭਾਰਤ ਦੇ ਵਿੱਚ ਬ੍ਰਿਟਿਸ਼ ਸਰਕਾਰ ਉੱਤੇ ਨਿਯੰਤਰਣ ਤੇ ਨਿਗਰਾਨੀ ਕਰਨਾ ਸੀ। ਠੀਕ ਹੈ ਜੀ, ਧਿਆਨ 'ਚ ਰੱਖਣਾ। 1858 ਦੇ ਚਾਰਟਰ ਐਕਟ ਦੀਆਂ ਜਿਹੜੇ ਮੁੱਖ ਵਿਸ਼ੇਸ਼ਤਾਵਾਂ ਜਾਂ ਨੁਕਤੇ ਆ ਉਹ ਇਸ ਤਰ੍ਹਾਂ ਹਨ। ਸਭ ਤੋਂ ਪਹਿਲਾਂ ਹੈ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਨੂੰ ਇਸ ਐਕਟ ਦੇ ਤਹਿਤ ਖਤਮ ਕਰ ਦਿੱਤਾ ਗਿਆ ਤੇ ਭਾਰਤੀ ਸ਼ਾਸਨ ਦੀ ਸਾਰੀ ਜ਼ਿੰਮੇਵਾਰੀ ਹੈ ਉਹ ਬ੍ਰਿਟਿਸ਼ ਤਾਜ ਨੂੰ ਸੌਂਪ ਦਿੱਤੀ ਗਈ। ਠੀਕ ਹੈ ਜੀ, ਬ੍ਰਿਟਿਸ਼ ਮਹਾਰਾਣੀ ਹੈ ਜਿਹੜੀ ਉਹਦੇ ਅੰਡਰ ਜਿਹੜਾ ਭਾਰਤੀ ਜਿਹੜਾ ਸ਼ਾਸਨ ਹੈ ਉਹ ਸਿੱਧੇ ਆ ਗਿਆ। ਭਾਰਤ ਦੇ ਗਵਰਨਰ ਜਨਰਲ ਦਾ ਜਿਹੜਾ ਅਹੁਦਾ ਸੀਗਾ ਉਸ ਦਾ ਨਾਮ ਬਦਲ ਕੇ ਹੁਣ ਭਾਰਤ ਦਾ ਵਾਇਸਰਾਏ ਕਿਹਾ ਗਿਆ ਤੇ ਲਾਰਡ ਕੈਨਿੰਗ ਹੈ ਜਿਹੜਾ, ਧਿਆਨ ਰੱਖਣਾ ਬਹੁਤ ਇੰਪੋਰਟੈਂਟ ਹੈ, ਭਾਰਤ ਦਾ ਜਿਹੜਾ ਪਹਿਲਾ ਵਾਇਸਰਾਏ ਹੈ ਉਹ ਬਣਿਆ। ਠੀਕ ਹੈ ਜੀ, ਤੇ ਇਹ ਜਿਹੜਾ ਵਾਇਸਰਾਏ ਸੀਗਾ ਉਹ ਭਾਰਤ ਦੇ ਵਿੱਚ ਤਾਜ ਜਾਂ ਬ੍ਰਿਟਿਸ਼ ਪਾਰਲੀਮੈਂਟ ਦੇ ਪ੍ਰਤੀਨਿਧੀ ਦੇ ਰੂਪ ਦੇ ਵਿੱਚ ਕੰਮ ਕਰਦਾ ਸੀਗਾ। ਬੋਰਡ ਆਫ ਡਾਇਰੈਕਟਰਸ ਤੇ ਬੋਰਡ ਆਫ ਕੰਟਰੋਲ। ਠੀਕ ਹੈ ਜੀ, ਜਿਹੜਾ ਕਿ ਪਿਟਸ ਇੰਡੀਆ ਐਕਟ ਦੇ 1784 ਦਾ ਪਿਟਸ ਇੰਡੀਆ ਐਕਟ ਸੀਗਾ ਜਿਹਦੇ ਵਿੱਚ ਜਿਹਨੂੰ ਆਪਾਂ ਦੋਹਰੀ ਸ਼ਾਸਨ ਵਿਵਸਥਾ ਕਹਿ ਦਿੰਦੇ ਹਾਂ, ਬੋਰਡ ਆਫ ਡਾਇਰੈਕਟਰਸ ਤੇ ਬੋਰਡ ਆਫ ਕੰਟਰੋਲ। ਠੀਕ ਹੈ ਜੀ, ਇਹਨੂੰ ਸਮਾਪਤ ਕਰ ਦਿੱਤਾ ਗਿਆ ਤੇ ਇਹਦੀਆਂ ਜਿਹੜੀਆਂ ਸਾਰੀਆਂ ਸ਼ਕਤੀਆਂ ਹੈ ਭਾਰਤ ਦੇ ਸਚਿਵ ਜਾਂ ਸਕੱਤਰ ਨੂੰ ਸੌਂਪ ਦਿੱਤੀਆਂ ਗਈਆਂ। ਧਿਆਨ ਰੱਖਣਾ ਇਹ ਇੱਕ ਨਵਾਂ ਅਹੁਦਾ ਕ੍ਰੀਏਟ ਕੀਤਾ ਗਿਆ ਸੀ। ਇਹ ਸਵਾਲ ਵੀ ਐਗਜ਼ਾਮ 'ਚ ਪੁੱਛਿਆ ਜਾਂਦਾ ਹੈ ਵੀ ਜਿਹੜਾ ਸਕੱਤਰ ਦਾ ਅਹੁਦਾ ਜਾਂ ਸਚਿਵ ਦਾ ਅਹੁਦਾ ਉਹ ਕਿਸ ਚਾਰਟਰ ਐਕਟ ਦੇ ਤਹਿਤ ਬਣਿਆ ਸੀ, ਤਾਂ 1858 ਦਾ ਚਾਰਟਰ ਐਕਟ ਸੀਗਾ। ਧਿਆਨ 'ਚ ਰੱਖਣਾ ਹੈ। ਹਾਂਜੀ, ਭਾਰਤ ਦਾ ਜਿਹੜਾ ਵਾਇਸਰਾਏ ਹੈ ਉਹ ਵੀ ਭਾਰਤ ਦੇ ਸਕੱਤਰ ਦੇ ਹੁਕਮਾਂ ਦੇ ਅਨੁਸਾਰ ਕੰਮ ਕਰਨ ਦੇ ਲਈ ਪਾਬੰਦ ਸੀਗਾ। ਠੀਕ ਹੈ ਜੀ, ਜਿਹੜਾ ਵਾਇਸਰਾਏ ਉਹ ਅਸਲ ਦੇ ਵਿੱਚ ਭਾਰਤ ਦੇ ਸਕੱਤਰ ਦੇ ਅਧੀਨ ਹੀ ਕੰਮ ਕਰਦਾ ਸੀ। ਠੀਕ ਹੈ ਜੀ, ਤੇ ਇਹ ਜਿਹੜਾ ਭਾਰਤ ਦਾ ਸਕੱਤਰ ਸੀਗਾ ਇਹ ਬ੍ਰਿਟਿਸ਼ ਪਾਰਲੀਮੈਂਟ ਦਾ ਵੀ ਮੈਂਬਰ ਸੀਗਾ, ਇੱਕ MP ਸੀਗਾ ਬ੍ਰਿਟਿਸ਼ ਪਾਰਲੀਮੈਂਟ ਦਾ, ਇਹ ਵੀ ਧਿਆਨ 'ਚ ਰੱਖਣਾ ਜੀ। ਹਾਂਜੀ, ਸਰ ਚਾਰਲਸ ਵੁੱਡ ਕੰਟਰੋਲ ਬੋਰਡ ਦੇ ਆਖਰੀ ਚੇਅਰਮੈਨ ਸੀ। ਧਿਆਨ 'ਚ ਰੱਖਣਾ ਇਹ ਕੰਟਰੋਲ ਬੋਰਡ ਦੇ ਆਖਰੀ ਚੇਅਰਮੈਨ ਤੇ ਭਾਰਤ ਦੇ ਪਹਿਲੇ ਸਕੱਤਰ ਜਾਂ ਸਚਿਵ ਇਹ ਬਣੇ। ਠੀਕ ਹੈ ਜੀ, ਇੰਪੋਰਟੈਂਟ ਹੈ, ਇਹ ਵੀ ਐਗਜ਼ਾਮ 'ਚ ਪੁੱਛਿਆ ਗਿਆ ਇਹ। ਹਾਂਜੀ, ਜਿਹੜਾ 1858 ਦਾ ਚਾਰਟਰ ਐਕਟ ਜਦੋਂ ਲਾਗੂ ਹੁੰਦਾ ਹੈ ਤਾਂ ਇਹਦੇ ਨਾਲ 1784 ਦਾ ਜਿਹੜਾ ਪਿਟਸ ਇੰਡੀਆ ਐਕਟ ਸੀਗਾ ਜਿਹਦੇ ਵਿੱਚ ਦੋਹਰੀ ਸ਼ਾਸਨ ਵਿਵਸਥਾ ਸਥਾਪਿਤ ਕੀਤੀ ਗਈ ਸੀਗੀ ਉਹ ਖਤਮ ਕਰ ਦਿੱਤੀ ਗਈ ਤੇ ਜਿਹੜੇ ਭਾਰਤੀ ਰਾਜੇ ਸੀਗੇ ਉਹ ਸਿੱਧੇ ਬ੍ਰਿਟਿਸ਼ ਤਾਜ ਦੇ ਨਾਲ ਅਧੀਨ ਆ ਗਏ ਜਾਂ ਉਹਦੇ ਨਾਲ ਸਿੱਧਾ ਰਾਬਤਾ ਕਾਇਮ ਉਹ ਕਰ ਸਕਦੇ ਸੀ। ਹਾਂਜੀ, ਭਾਰਤ ਦੇ ਜਿਹੜੇ ਸਾਰੇ ਅਹੁਦਿਆਂ ਦਾ ਜਿਹੜਾ ਸਨਮਾਨ ਕਰਦੇ ਹੋਏ, ਠੀਕ ਹੈ ਜੀ, ਲਾਰਡ ਡਲਹੌਜ਼ੀ ਦੀ ਜਿਹੜੀ ਲੈਪਸ ਦੀ ਨੀਤੀ ਸੀ ਜਿਹਨੂੰ ਆਪਾਂ ਹੜੱਪਣ ਦੀ ਨੀਤੀ ਕਹਿੰਦੇ ਸੀ ਉਹ ਬੇਅਸਰ ਹੋ ਗਈ। ਠੀਕ ਹੈ ਜੀ, ਇਹ ਗੱਲ ਧਿਆਨ ਰੱਖਣੀ ਹੈ। ਇਸ ਜਿਹੜਾ 1858 ਦਾ ਚਾਰਟਰ ਐਕਟ ਸੀਗਾ ਉਹਦੇ ਵਿੱਚ ਭਾਰਤੀ ਰਾਜਿਆਂ ਦੀ ਜਿਹੜੀ ਸਥਿਤੀ ਜਿਉਂ ਦੀ ਤਿਉਂ ਕਾਇਮ ਰੱਖੀ। ਕਹਿਣ ਦਾ ਮਤਲਬ ਹੈ ਵੀ ਜਿਹੜੇ ਪ੍ਰਾਂਤ ਜਿਵੇਂ ਝਾਂਸੀ, ਸਤਾਰਾ, ਉਦੈਪੁਰ ਇਹ ਲੈਪਸ ਦੀ ਨੀਤੀ ਦੇ ਤਹਿਤ ਅੰਗਰੇਜ਼ੀ ਸਾਮਰਾਜ ਦੇ ਅਧੀਨ ਆ ਗਏ ਸਨ ਤੇ 1858 ਦੇ ਚਾਰਟਰ ਐਕਟ ਦੇ ਵਿੱਚ ਇਹ ਅੰਗਰੇਜ਼ੀ ਸਾਮਰਾਜ ਦੇ ਅਧੀਨ ਰਹੇ। ਪਰ ਨਵੇਂ ਹੋਰ ਰਾਜਾਂ ਨੂੰ ਭਾਰਤੀ ਜਿਹੜਾ ਬ੍ਰਿਟਿਸ਼ ਸ਼ਾਸਨ ਆ ਉਹਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਲਾਰਡ ਡਲਹੌਜ਼ੀ ਦੀ ਜਿਹੜੀ ਲੈਪਸ ਦੀ ਨੀਤੀ ਆ ਉਹ ਇੱਥੇ ਖਤਮ ਹੋ ਗਈ। ਠੀਕ ਹੈ, ਧਿਆਨ ਰੱਖਣਾ ਹੈ। ਆਪਾਂ ਕਹਾਂਗੇ ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਐਜ਼ ਇਟ ਇਜ਼ ਜਿਹੜੀ ਪੋਜੀਸ਼ਨ ਹੈ 1858 ਦੇ ਵਿੱਚ ਉਵੇਂ ਦੇ ਉਵੇਂ ਹੀ ਬਣੀ ਰਹੀ। ਜਿਹੜੇ ਬ੍ਰਿਟਿਸ਼ ਸ਼ਾਸਨ ਦੇ ਅਧੀਨ ਆ ਗਏ ਉਸੇ ਤਰ੍ਹਾਂ ਹੀ ਰਹਿਣਗੇ, ਜਿਹੜੇ ਨਹੀਂ ਆਏ ਪ੍ਰਾਂਤ ਸੂਬੇ ਉਹ ਵੀ ਉੱਥੇ ਦੇਸੀ ਰਾਜਾਂ ਦਾ ਕੰਟਰੋਲ ਉਵੇਂ ਰਹੇਗਾ ਤੇ ਉਹ ਸਿੱਧਾ ਤਾਜ ਦੇ ਨਾਲ ਆਪਣਾ ਰਾਬਤਾ ਕਾਇਮ ਕਰ ਸਕਣਗੇ। ਭਾਰਤ ਦਾ ਜਿਹੜਾ ਸਕੱਤਰ ਸੀਗਾ ਉਹ ਬ੍ਰਿਟਿਸ਼ ਕੈਬਨਿਟ ਦਾ ਮੈਂਬਰ ਸੀ। ਧਿਆਨ ਰੱਖਣਾ ਇਹ। ਠੀਕ ਹੈ ਜੀ, ਤੇ ਜਿਹੜਾ ਵਾਇਸਰਾਏ ਉਹ ਸਕੱਤਰ ਦੇ ਅਧੀਨ ਹੀ ਸੀ। ਸਕੱਤਰ ਦੀ ਸਹਾਇਤਾ ਦੇ ਲਈ ਜਾਂ ਸਚਿਵ ਦੀ ਸਹਾਇਤਾ ਦੇ ਲਈ 15 ਮੈਂਬਰੀ ਭਾਰਤੀ ਕੌਂਸਲ ਬਣਾਈ ਗਈ। ਠੀਕ ਹੈ ਜੀ, ਜਿਸ ਵਿੱਚ 7 ਮੈਂਬਰ ਹੈ ਜਿਹੜੇ ਕੋਰਟ ਆਫ ਡਾਇਰੈਕਟਰਸ ਦੁਆਰਾ ਨਿਯੁਕਤ ਕੀਤੇ ਗਏ ਸਨ ਤੇ 8 ਜਿਹੜੇ ਹੈ ਬ੍ਰਿਟਿਸ਼ ਸਰਕਾਰ ਦੁਆਰਾ ਨਿਯੁਕਤ ਕੀਤੇ ਗਏ ਸਨ। ਠੀਕ ਹੈ ਜੀ, ਹਾਂਜੀ, ਜਿਹੜਾ ਕੋਰਟ ਆਫ ਡਾਇਰੈਕਟਰਸ ਹੈ ਇਹਦੀਆਂ ਸ਼ਕਤੀਆਂ ਨੂੰ ਖਤਮ ਕਰ ਦਿੱਤਾ ਗਿਆ, ਇਹ ਵੀ ਧਿਆਨ 'ਚ ਰੱਖਣਾ। ਸਾਰੀ ਸ਼ਕਤੀਆਂ ਜਿਹੜੀਆਂ ਭਾਰਤੀ ਸਚਿਵ ਦੇ ਕੋਲ ਆ ਗਈਆਂ ਤੇ ਟੋਟਲ ਜਿਹੜੇ 15 ਮੈਂਬਰੀ ਭਾਰਤੀ ਕੌਂਸਲ ਸੀਗੀ ਉਹ ਸਕੱਤਰ ਦੀ ਸਹਾਇਤਾ ਦੇ ਲਈ ਬਣਾਈ ਗਈ ਸੀ, ਜਿਹਦੇ ਵਿੱਚੋਂ 7 ਮੈਂਬਰ ਕੋਰਟ ਆਫ ਡਾਇਰੈਕਟਰਸ ਦੁਆਰਾ ਨਿਯੁਕਤ ਕੀਤੇ ਜਾਂਦੇ ਸਨ ਤੇ 8 ਜਿਹੜੇ ਬ੍ਰਿਟਿਸ਼ ਸਰਕਾਰ ਦੇ ਦੁਆਰਾ ਨਿਯੁਕਤ ਕੀਤੇ ਜਾਂਦੇ ਸਨ। ਠੀਕ ਹੈ, ਧਿਆਨ 'ਚ ਰੱਖਣਾ ਜੀ। ਇਹ ਭਾਰਤ ਦੇ ਸਕੱਤਰ ਤੇ ਉਸ ਦੀ ਕੌਂਸਲ ਦਾ ਜਿਹੜਾ ਖਰਚਾ ਹੈ ਉਹ ਭਾਰਤੀ ਖਜ਼ਾਨੇ ਵਿੱਚੋਂ ਦਿੱਤਾ ਜਾਣਾ ਸੀਗਾ ਇਸ ਚਾਰਟਰ ਐਕਟ ਦੇ ਤਹਿਤ। ਧਿਆਨ ਰੱਖਣਾ ਇਹ 1919 ਤੱਕ 1919 ਦੇ ਚਾਰਟਰ ਐਕਟ ਤੱਕ ਜਿਹੜੇ ਖਰਚੇ ਆ ਉਹ ਭਾਰਤੀ ਖਜ਼ਾਨੇ ਵਿੱਚੋਂ ਹੀ ਦਿੱਤੇ ਗਏ। ਹਾਂਜੀ, ਭਾਰਤ ਦੇ ਸ਼ਾਸਨ ਨਾਲ ਸੰਬੰਧਿਤ ਸਾਰੇ ਕਾਨੂੰਨਾਂ ਤੇ ਭਾਰਤ ਦੇ ਸਕੱਤਰ ਦੀ ਪ੍ਰਵਾਨਗੀ ਲਾਜ਼ਮੀ ਸੀ। ਠੀਕ ਹੈ, ਧਿਆਨ ਰੱਖਣਾ ਵੀ ਜਿੰਨੇ ਵੀ ਕਾਨੂੰਨ ਬਣਦੇ ਸੀ ਉਹਨਾਂ ਦੇ ਭਾਰਤ ਦੇ ਸਕੱਤਰ ਦੀ ਪ੍ਰਵਾਨਗੀ ਲਈ ਜਾਂਦੀ ਸੀ। ਜਦੋਂ ਕਿ ਜਿਹੜੀ ਕੌਂਸਲ ਹੈ ਜਿਹੜੀ ਕਿ 15 ਮੈਂਬਰੀ ਕੌਂਸਲ ਸੀ ਸਕੱਤਰ ਦੀ ਸਲਾਹ ਦੇ ਲਈ ਸੀਗੀ, ਇਹਨੂੰ ਆਪਾਂ ਇੰਡੀਆ ਕੌਂਸਲ ਵੀ ਕਹਿ ਸਕਦੇ ਹਾਂ ਜਾਂ ਭਾਰਤੀ ਕੌਂਸਲ ਕਹਾਂਗੇ। ਇੱਕ ਸਲਾਹਕਾਰੀ ਸੰਸਥਾ ਸੀ ਪਰ ਇਹ ਜਿਹੜੀ ਸਲਾਹਕਾਰੀ ਸੰਸਥਾ ਹੈ ਅਖਿਲ ਭਾਰਤੀ ਸੇਵਾਵਾਂ ਜਿਹਨੂੰ ਆਲ ਇੰਡੀਆ ਸਰਵਿਸ ਕਹਿ ਦਿੰਦੇ ਆ ਤੇ ਇਕੋਨਮੀ ਨਾਲ ਸੰਬੰਧਿਤ ਜਿੰਨੇ ਵੀ ਮਾਮਲੇ ਸੀਗੇ, ਠੀਕ ਹੈ ਜੀ, ਉਹਦੇ ਉੱਪਰ ਇੰਡੀਆ ਕੌਂਸਲ ਜੋ ਵੀ ਰਾਏ ਦਿੰਦੀ ਸੀਗੀ ਉਹ ਸਕੱਤਰ ਨੂੰ ਮੰਨਣੀ ਲਾਜ਼ਮੀ ਸੀ। ਧਿਆਨ ਰੱਖਣਾ ਬਹੁਤ ਇੰਪੋਰਟੈਂਟ ਫੈਕਟ ਹੈ, ਗਹਿਰਾਈ ਦੇ ਨਾਲ ਸਮਝਣਾ ਇਹਨੂੰ ਵੀ ਜਿੰਨੇ ਵੀ ਕਾਨੂੰਨ ਬਣਦੇ ਸੀ ਭਾਰਤ ਦੇ ਸ਼ਾਸਨ ਨਾਲ ਸੰਬੰਧਿਤ ਉਹਦੇ ਉੱਪਰ ਭਾਰਤ ਦੇ ਸਕੱਤਰ ਦੀ ਪ੍ਰਵਾਨਗੀ ਲਈ ਜਾਂਦੀ ਸੀ। ਤੇ ਜਿਹੜੀ 15 ਬੋਡੀ ਮੈਂਬਰੀ ਇੱਕ ਕਮੇਟੀ ਸੀਗੀ ਭਾਰਤ ਜਿਹਨੂੰ ਆਪਾਂ ਇੰਡੀਆ ਕੌਂਸਲ ਕਹਾਂਗੇ ਜਾਂ ਭਾਰਤੀ ਕੌਂਸਲ ਕਹਾਂਗੇ, ਸਕੱਤਰ ਦੀ ਸਹਾਇਤਾ ਲਈ ਬਣਾਈ ਗਈ ਸੀ। ਉਹ ਇੱਕ ਸਿਰਫ ਐਡਵਾਈਜ਼ਰੀ ਬੋਡੀ ਸੀ, ਸਲਾਹਕਾਰੀ ਸੰਸਥਾ ਸੀ। ਪਰ ਇਹ ਸਲਾਹਕਾਰੀ ਸੰਸਥਾ ਹੋਣ ਦੇ ਬਾਵਜੂਦ ਵੀ ਇਹਨੂੰ ਕੁਝ ਮਾਮਲਿਆਂ ਦੇ ਵਿੱਚ ਜਿਵੇਂ ਅਖਿਲ ਭਾਰਤੀ ਸੇਵਾਵਾਂ ਤੇ ਅਰਥ ਵਿਵਸਥਾ ਨਾਲ ਸੰਬੰਧਿਤ ਜੋ ਵੀ ਇਹ ਸਲਾਹ ਦਿੰਦੀ ਸੀ ਉਸ ਨੂੰ ਮੰਨਣ ਦੇ ਲਈ ਜਿਹੜਾ ਸਕੱਤਰ ਹੈ ਉਹ ਪਾਬੰਦ ਸੀਗਾ। ਇਹ ਧਿਆਨ ਰੱਖਣਾ। ਇਸ ਐਕਟ ਦੇ ਦੌਰਾਨ ਮਹਾਰਾਣੀ ਵਿਕਟੋਰੀਆ ਨੇ ਕੁਝ ਘੋਸ਼ਣਾਵਾਂ ਕੀਤੀਆਂ
ਜੋ 1 ਨਵੰਬਰ 1858 ਨੂੰ ਇਲਾਹਾਬਾਦੀ ਦਰਬਾਰ ਦੇ ਵਿੱਚ ਵਾਇਸਰਾਏ ਲਾਰਡ ਕੈਨਿੰਗ ਦੇ ਦੁਆਰਾ ਪੜ੍ਹੀਆਂ ਗਈਆਂ। ਠੀਕ ਹੈ ਜੀ, ਇਹ ਵੀ ਧਿਆਨ ਰੱਖਣਾ ਵੀ ਐਗਜ਼ਾਮ 'ਚ ਪੁੱਛਿਆ ਗਿਆ ਵੀ ਕਿੱਥੇ ਪੜ੍ਹੀਆਂ ਗਈਆਂ ਸੀ, ਇਲਾਹਾਬਾਦੀ ਦਰਬਾਰ ਦੇ ਵਿੱਚ 1 ਨਵੰਬਰ 1858 ਨੂੰ, ਕਿਹਦੇ ਦੁਆਰਾ, ਲਾਰਡ ਕੈਨਿੰਗ ਦੇ ਦੁਆਰਾ। ਠੀਕ ਹੈ ਜੀ। ਹਾਂਜੀ, ਵਿਚ ਆਫ ਦੀ ਫੋਲੋਇੰਗ ਬ੍ਰਿਟਿਸ਼ ਐਕਟ ਐਂਡਡ ਦੀ ਸਿਸਟਮ ਆਫ ਡਬਲ ਗਵਰਨਮੈਂਟ ਬਾਈ ਅਬੋਲਿਸ਼ਿੰਗ ਦੀ ਬੋਰਡ ਆਫ ਕੰਟਰੋਲ ਐਂਡ ਕੋਰਟ ਆਫ ਡਾਇਰੈਕਟਰਸ। ਹਾਂਜੀ, ਬੋਰਡ ਆਫ ਕੰਟਰੋਲ ਤੇ ਕੋਰਟ ਆਫ ਡਾਇਰੈਕਟਰ ਨੂੰ ਖਤਮ ਕਰਕੇ ਜਿਹੜੀ ਦੋਹਰੀ ਸ਼ਾਸਨ ਵਿਵਸਥਾ ਦਾ ਅੰਤ ਹੈ ਕਿਸ ਬ੍ਰਿਟਿਸ਼ ਐਕਟ ਦੇ ਤਹਿਤ ਕੀਤਾ ਗਿਆ ਸੀ? ਹਾਂਜੀ, ਉਹ ਸੀ ਗਵਰਨਮੈਂਟ ਆਫ ਇੰਡੀਆ ਐਕਟ 1858। ਤੇ ਜਿਹੜੀ ਦੋਹਰੀ ਸਰਕਾਰ ਸ਼ਾਸਨ ਵਿਵਸਥਾ ਹੋਂਦ ਵਿੱਚ ਆਈ ਸੀ 1784 ਦੇ ਪਿਟਸ ਇੰਡੀਆ ਐਕਟ ਦੇ ਤਹਿਤ। ਇਹ ਵੀ ਧਿਆਨ 'ਚ ਰੱਖਣਾ ਜੀ। ਹਾਂਜੀ, ਅੰਡਰ ਦੀ ਗਵਰਨਮੈਂਟ ਆਫ ਇੰਡੀਆ ਡੈਸ਼ ਦੀ ਬ੍ਰਿਟਿਸ਼ ਕਰਾਊਨ ਅਜ਼ਿਊਮਡ ਡਾਇਰੈਕਟ ਐਡਮਿਨਿਸਟ੍ਰੇਸ਼ਨ ਆਫ ਇੰਡੀਆ ਇਨ ਦੀ ਨਿਊ ਬ੍ਰਿਟਿਸ਼ ਰਾਜ। ਦੱਸਣਾ ਹੈ ਕਿ ਕਿਸ ਐਕਟ ਦੇ ਤਹਿਤ ਜਿਹੜਾ ਕਰਾਊਨ ਸੀ, ਬ੍ਰਿਟਿਸ਼ ਕਰਾਊਨ ਯਾਨੀ ਕਿ ਬ੍ਰਿਟਿਸ਼ ਤਾਜ ਹੈ ਜਿਹੜਾ, ਉਹਦੇ ਸਿੱਧਾ ਅਧੀਨ ਆ ਗਿਆ ਪ੍ਰਸ਼ਾਸਨ ਭਾਰਤ ਦਾ। ਇਹ ਦੱਸਣਾ ਹੈ। ਹਾਂਜੀ, ਇਹ ਸੀ 1858 ਦਾ ਐਕਟ। ਠੀਕ ਹੈ, ਇਹਦੇ ਵਿੱਚ ਜਿਹੜਾ ਕੰਪਨੀ ਹੈ ਉਹਦੀਆਂ ਸ਼ਕਤੀਆਂ ਨੂੰ ਖਤਮ ਕਰ ਦਿੱਤਾ ਗਿਆ ਤੇ ਸਾਰੀਆਂ ਜਿਹੜੀਆਂ ਸ਼ਕਤੀਆਂ ਹੈ ਉਹ ਭਾਰਤ ਦੇ ਸਚਿਵ ਦੇ ਕੋਲ ਚਲੀਆਂ ਗਈਆਂ ਤੇ ਜਿਹੜਾ ਸਚਿਵ ਸੀਗਾ ਉਹ ਬ੍ਰਿਟਿਸ਼ ਤਾਜ ਦੇ ਅਧੀਨ ਹੀ ਕੰਮ ਕਰਦਾ ਸੀਗਾ। ਮਹਾਰਾਣੀ ਵਿਕਟੋਰੀਆ ਨੂੰ ਭਾਰਤ ਦੀ ਮਹਾਰਾਣੀ ਨਿਯੁਕਤ ਕੀਤਾ ਗਿਆ। ਹਾਂਜੀ, 1858 ਦੇ ਵਿੱਚ ਹੀ ਨਿਯੁਕਤ ਕੀਤਾ ਗਿਆ ਸੀ। ਮਹਾਰਾਣੀ ਵਿਕਟੋਰੀਆ ਨੇ 1858 ਦੇ ਘੋਸ਼ਣਾ ਪੱਤਰ ਦੇ ਵਿੱਚ ਭਾਰਤੀਆਂ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਭਰੋਸਾ ਦਿੱਤਾ ਤੇ ਬ੍ਰਿਟਿਸ਼ ਸ਼ਾਸਨ ਦੁਆਰਾ ਹੇਠਾਂ ਦਿੱਤੇ ਕਿਹੜੇ ਭਰੋਸੇ ਨੂੰ ਉਹ ਪੂਰਾ ਕੀਤਾ ਗਿਆ। ਠੀਕ ਹੈ ਜੀ, ਮਹਾਰਾਣੀ ਨੇ ਭਰੋਸੇ ਦਿੱਤੇ ਸੀ ਤੇ ਬ੍ਰਿਟਿਸ਼ ਸ਼ਾਸਨ ਨੇ ਉਹਨਾਂ ਨੂੰ ਪੂਰਾ ਕਰਨਾ ਸੀ। ਦੱਸਣਾ ਕਿਹੜਾ ਉਹ ਪੂਰਾ ਕੀਤਾ ਸੀ। ਉਹ ਇੱਕ ਹੀ ਸੀਗਾ, ਮੂਲ ਰਿਆਸਤਾਂ ਦੀ ਸਥਿਤੀ ਕਾਇਮ ਰੱਖਣਾ। ਜੋ ਦੇਸੀ ਰਿਆਸਤਾਂ ਸੀ ਉਹਨਾਂ ਦੀ ਸਥਿਤੀ ਜਿਵੇਂ ਸੀ ਐਜ਼ ਇਟ ਇਜ਼ ਉਵੇਂ ਹੀ ਰਹਿ ਦਿੱਤੀ ਗਈ, ਭਾਵ ਕਿਸੇ ਹੋਰ ਨਵੀਂ ਦੇਸੀ ਰਿਆਸਤ ਨੂੰ ਬ੍ਰਿਟਿਸ਼ ਸ਼ਾਸਨ ਦੇ ਵਿੱਚ ਨਹੀਂ ਮਿਲਾਇਆ ਗਿਆ। ਹੇਠਾਂ ਲਿਖਿਆਂ ਦੇ ਵਿੱਚੋਂ ਕਿਸ ਨੂੰ ਭਾਰਤੀ ਆਜ਼ਾਦੀ ਦਾ ਪੱਤਰ ਕਿਹਾ ਜਾਂਦਾ ਹੈ? ਭਾਰਤੀ ਆਜ਼ਾਦੀ ਦਾ ਪੱਤਰ ਹੈ ਉਹ ਮਹਾਰਾਣੀ ਦਾ ਜਿਹੜਾ ਘੋਸ਼ਣਾ ਪੱਤਰ ਸੀ 1858 ਨੂੰ ਕਿਹਾ ਜਾਂਦਾ ਹੈ। ਠੀਕ ਹੈ ਜੀ। ਬਰਤਾਨਵੀ ਤਾਜ ਦੇ ਹੇਠਾਂ ਦਿੱਤੇ ਕਿਹੜੇ ਐਕਟ ਦੁਆਰਾ ਭਾਰਤੀ ਪ੍ਰਸ਼ਾਸਨ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਸੀ? ਠੀਕ ਹੈ ਜੀ, ਕੰਪਨੀ ਤੋਂ ਜਿਹੜਾ ਸ਼ਾਸਨ ਸਿੱਧਾ ਇੰਗਲੈਂਡ ਦੇ ਅਧੀਨ ਚਲਾ ਗਿਆ, ਤਾਜ ਦੇ ਅਧੀਨ ਜਾਂ ਮਹਾਰਾਣੀ ਦੇ ਅਧੀਨ, ਉਹ ਸੀ 1858 ਦਾ ਐਕਟ। ਬ੍ਰਿਟਿਸ਼ ਪਾਰਲੀਮੈਂਟ ਦੇ ਕਿਹੜੇ ਐਕਟ ਨੇ ਈਸਟ ਇੰਡੀਆ ਕੰਪਨੀ ਦੀਆਂ ਸ਼ਕਤੀਆਂ ਨੂੰ ਬ੍ਰਿਟਿਸ਼ ਰਾਜ ਨੂੰ ਸੌਂਪਿਆ ਸੀ? ਹਾਂਜੀ, ਉਹ ਸੀ ਭਾਰਤ ਸਰਕਾਰ ਐਕਟ 1858। ਭਾਰਤ ਵਿੱਚ ਸਕੱਤਰ ਦਾ ਅਹੁਦਾ ਕਿਸ ਨੇ ਬਣਾਇਆ ਸੀ? ਹਾਂਜੀ, ਭਾਰਤ ਵਿੱਚ ਜਿਹੜਾ ਸਕੱਤਰ ਦਾ ਅਹੁਦਾ ਪਹਿਲੀ ਵਾਰ ਬਣਿਆ ਸੀਗਾ ਇਹ 1858 ਦੇ ਭਾਰਤ ਸਰਕਾਰ ਐਕਟ ਦੇ ਵਿੱਚ ਬਣਿਆ ਸੀ। ਇਹਨੂੰ ਚਾਰਟਰ ਐਕਟ 1858 ਦੇ ਨਾਲ ਵੀ ਜਾਣਿਆ ਜਾਂਦਾ ਹੈ, ਪਰ ਸਹੀ ਜਿਹੜਾ ਨਾਮ ਹੈ ਉਹ ਹੈ ਭਾਰਤ ਸਰਕਾਰ ਐਕਟ 1858। ਠੀਕ ਹੈ ਜੀ, ਕਿਉਂਕਿ ਜਿਹੜੀ ਚਾਰਟਰ ਐਕਟ ਦੀ ਜਿਹੜੀ ਸੀਰੀਜ਼ ਹੈ ਉਹ ਜਿਹੜੀ 1793 ਤੋਂ ਲੈ ਕੇ 1853 ਤੱਕ ਹੀ ਮੰਨੀ ਜਾਂਦੀ ਹੈ। ਉਸ ਤੋਂ ਬਾਅਦ ਜਿਹੜੇ ਭਾਰਤ ਸਰਕਾਰ ਐਕਟ ਸ਼ੁਰੂ ਹੋ ਜਾਂਦੇ ਆ। ਠੀਕ ਹੈ ਜੀ, ਧਿਆਨ ਰੱਖਣਾ ਭਾਰਤ ਸਰਕਾਰ ਐਕਟ 1858। ਹਾਂਜੀ, ਉਸ ਤੋਂ ਬਾਅਦ ਹੈ ਜੀ ਇੰਡੀਅਨ ਕੌਂਸਲ ਐਕਟ 1861। ਇੰਡੀਅਨ ਕੌਂਸਲ ਐਕਟ 1861 ਬ੍ਰਿਟਿਸ਼ ਪਾਰਲੀਮੈਂਟ ਦੁਆਰਾ 1 ਅਗਸਤ 1861 ਨੂੰ ਪਾਸ ਕੀਤਾ ਗਿਆ। 1857 ਦੇ ਵਿਦਰੋਹ ਤੋਂ ਬਾਅਦ ਭਾਰਤ ਸਰਕਾਰ ਨੇ ਮਹਿਸੂਸ ਕੀਤਾ ਕਿ ਭਾਰਤ ਦੇ ਵਿੱਚ ਰਾਜ ਚਲਾਉਣ ਦੇ ਲਈ ਭਾਰਤੀਆਂ ਦਾ ਸਹਿਯੋਗ ਜ਼ਰੂਰੀ ਹੈ ਤੇ ਇਸ ਸਹਿਯੋਗ ਦੀ ਇਸ ਨੀਤੀ ਦੇ ਲਈ ਬ੍ਰਿਟਿਸ਼ ਸੰਸਦ ਨੇ 1861 ਦੇ ਵਿੱਚ ਇੰਡੀਅਨ ਕੌਂਸਲ ਐਕਟ ਹੈ ਜਿਹੜਾ ਉਹ ਪਾਸ ਕੀਤਾ। ਠੀਕ ਹੈ ਜੀ, ਧਿਆਨ ਰੱਖਣਾ ਹੈ। ਹਾਂਜੀ, 1861 ਦਾ ਜਿਹੜਾ ਇੰਡੀਅਨ ਕੌਂਸਲ ਐਕਟ ਸੀਗਾ ਉਹਦੇ ਮੁੱਖ ਵਿਸ਼ੇਸ਼ਤਾਵਾਂ ਜਾਂ ਨੁਕਤੇ ਇਸ ਤਰ੍ਹਾਂ। ਇਸ ਐਕਟ ਦੇ ਤਹਿਤ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਦੇ ਵਿੱਚ ਭਾਰਤੀ ਪ੍ਰਤੀਨਿਧਾਂ ਨੂੰ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਗਿਆ। ਠੀਕ ਹੈ ਜੀ, ਜਿਹੜੇ ਭਾਰਤੀ ਹੈ ਜਿਹੜੇ ਪ੍ਰਤੀਨਿਧੀ ਹੈ ਜਿਹੜੇ ਉਹ ਜਿਹੜਾ ਭਾਰਤ ਦਾ ਪ੍ਰਤੀਨਿਧੀ ਕਰਦੇ ਸੀ ਉਹਨਾਂ ਨੂੰ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਦੇ ਵਿੱਚ ਸ਼ਾਮਲ ਕੀਤਾ ਗਿਆ। ਇਸ ਐਕਟ ਦੁਆਰਾ ਵਾਇਸਰਾਏ ਦੀ ਜਿਹੜੀ ਕੌਂਸਲ ਹੈ ਪਹਿਲੇ 4 ਮੈਂਬਰੀ ਹੁੰਦੀ ਸੀ, ਇਹਨੂੰ 5 ਮੈਂਬਰੀ ਕਰ ਦਿੱਤਾ ਗਿਆ ਤੇ 5ਵਾਂ ਮੈਂਬਰ ਨਿਆਂਕਾਰ ਵਜੋਂ ਸ਼ਾਮਲ ਕੀਤਾ ਗਿਆ। ਠੀਕ ਹੈ ਜੀ, ਤੇ ਇਹ ਨਿਆਂਕਾਰ ਵਜੋਂ ਜਿਹੜਾ 5ਵਾਂ ਮੈਂਬਰ ਸ਼ਾਮਲ ਕੀਤਾ ਜਾਂਦਾ ਸੀ ਉਹ ਭਾਰਤੀ ਹੁੰਦਾ ਸੀਗਾ, ਭਾਰਤ ਦਾ ਪ੍ਰਤੀਨਿਧੀ ਕਰਦਾ ਸੀਗਾ। ਇਸ ਤਰ੍ਹਾਂ ਇਸ ਐਕਟ ਦੇ ਜਿਹੜੇ ਉਪਬੰਧ ਦੇ ਅਨੁਸਾਰ ਵਾਇਸਰਾਏ ਦੀ ਕੌਂਸਲ ਦਾ ਵਿਸਥਾਰ ਕੀਤਾ ਗਿਆ। ਪਹਿਲਾਂ ਕੌਂਸਲ 'ਚ 4 ਮੈਂਬਰ ਸੀ, ਉਹ ਵਧਾ ਕੇ ਕਿੰਨੇ ਕਰ ਦਿੱਤੇ ਗਏ? 5 ਕਰ ਦਿੱਤੇ ਗਏ। ਹਾਂਜੀ, ਕਾਨੂੰਨ ਬਣਾਉਣ ਦੀ ਵਾਧੂ ਮੈਂਬਰ ਜਿਹੜੇ ਉਹ ਵੀ ਸ਼ਾਮਲ ਕੀਤੇ ਗਏ ਕਾਨੂੰਨ ਬਣਾਉਣ ਦੇ ਲਈ, ਜਿਨ੍ਹਾਂ ਦੀ ਗਿਣਤੀ ਘੱਟੋ ਘੱਟ 6 ਤੇ ਵੱਧ 12 ਹੋ ਸਕਦੀ ਸੀ। ਇਹਨਾਂ ਦਾ ਕਾਰਜਕਾਲ ਹੈ ਜਿਹੜਾ ਉਹ 2 ਸਾਲ ਦਾ ਹੁੰਦਾ ਸੀ। ਠੀਕ ਹੈ ਜੀ, ਧਿਆਨ ਰੱਖਣਾ ਇਹ ਐਕਸਟਰਾ ਮੈਂਬਰ ਜਿਹੜੇ ਉਹ ਵੀ ਸ਼ਾਮਲ ਕੀਤੇ ਗਏ ਕਾਨੂੰਨ ਬਣਾਉਣ ਦੇ ਲਈ, ਘੱਟੋ ਘੱਟ ਗਿਣਤੀ 6 ਵੱਧ ਤੋਂ ਵੱਧ 12 ਤੇ ਕਾਰਜਕਾਲ 2 ਸਾਲ ਹੁੰਦਾ ਸੀ ਇਹਨਾਂ ਵਾਧੂ ਮੈਂਬਰਾਂ ਦਾ। ਹਾਂਜੀ, ਇਸ ਤਰ੍ਹਾਂ ਵਾਇਸਰਾਏ ਦੀ ਕੌਂਸਲ ਦੇ ਵਿੱਚ ਕੁੱਲ ਮੈਂਬਰਾਂ ਦੀ ਗਿਣਤੀ ਹੈ ਜਿਹੜੀ ਉਹ 17 ਹੋ ਗਈ। ਠੀਕ ਹੈ ਜੀ, ਤੇ ਜਿੰਨੇ ਵੀ ਮੈਂਬਰ ਨਾਮਜ਼ਦ ਕੀਤੇ ਜਾਂਦੇ ਸੀ ਕਿ ਅੱਧੇ ਗੈਰ ਸਰਕਾਰੀ ਹੋਣੇ ਜ਼ਰੂਰੀ ਸੀਗੇ। ਠੀਕ ਹੈ ਜੀ, ਤੇ ਵਾਇਸਰਾਏ ਵਿਸਤ੍ਰਿਤ ਕੌਂਸਲ ਦੇ ਵਿੱਚ ਕੁਝ ਭਾਰਤੀਆਂ ਨੂੰ ਨਿੱਜੀ ਮੈਂਬਰ ਵਜੋਂ ਨਾਮਜ਼ਦ ਕਰ ਸਕਦਾ ਸੀ। ਠੀਕ ਹੈ, ਇਹ ਵੀ ਧਿਆਨ ਰੱਖਣਾ ਜੀ। ਇਸ ਐਕਟ ਦੇ ਉਪਬੰਧਾਂ ਦੇ ਅਨੁਸਾਰ ਵਾਇਸਰਾਏ ਦੀ ਜਿਹੜੀ ਵਿਸਤ੍ਰਿਤ ਕੌਂਸਲ ਦੇ ਮੈਂਬਰਾਂ ਦੇ ਵਿੱਚ ਭਾਰਤੀਆਂ ਨੂੰ ਸ਼ਾਮਲ ਕਰਨਾ ਜ਼ਰੂਰੀ ਨਹੀਂ ਸੀ। ਠੀਕ ਹੈ, ਜਿਹੜੀ ਕੌਂਸਲ ਹੈ ਉਹਦਾ ਵਿਸਥਾਰ ਕੀਤਾ ਗਿਆ ਤੇ ਇਹ ਜਿਹੜੀ ਮੈਂਬਰਾਂ ਦੀ ਗਿਣਤੀ ਇਸ ਕੌਂਸਲ ਦੇ ਵਿੱਚ 17 ਹੋ ਗਈ, ਜਿਹਦੇ ਵਿੱਚੋਂ ਅੱਧੇ ਗੈਰ ਸਰਕਾਰੀ ਹੋਣੇ ਜ਼ਰੂਰੀ ਸਨ ਤੇ ਅੱਧੇ ਜਿਹੜੇ ਉਹ ਸਰਕਾਰੀ ਹੋ ਸਕਦੇ ਸਨ। ਤੇ ਜਿਹੜੇ 17 ਮੈਂਬਰਾਂ ਦੇ ਵਿੱਚੋਂ ਕੁਝ ਮੈਂਬਰ ਜਿਹੜੇ ਵਾਇਸਰਾਏ ਭਾਰਤੀਆਂ ਵਿੱਚੋਂ ਵੀ ਨਾਮਜ਼ਦ ਕਰ ਸਕਦਾ ਸੀ, ਪਰ ਭਾਰਤੀਆਂ ਨੂੰ ਕੌਂਸਲ ਦਾ ਮੈਂਬਰ ਨਾਮਜ਼ਦ ਕਰਨਾ ਕੋਈ ਜ਼ਰੂਰੀ ਜਾਂ ਲਾਜ਼ਮੀ ਨਹੀਂ ਸੀ। ਪਰ ਇਸ ਦੇ ਬਾਵਜੂਦ ਵੀ 1862 ਦੇ ਵਿੱਚ ਲਾਰਡ ਕੈਨਿੰਗ ਨੇ 3 ਭਾਰਤੀਆਂ ਨੂੰ, ਜਿਨ੍ਹਾਂ ਵਿੱਚ ਬਨਾਰਸ ਦੇ ਰਾਜਾ, ਪਟਿਆਲੇ ਦੇ ਮਹਾਰਾਜਾ ਤੇ ਸਰ ਦਿਨਕਰ ਰਾਓ ਨੂੰ ਵਿਧਾਨ ਪਰਿਸ਼ਦ ਦੇ ਵਿੱਚ ਨਾਮਜ਼ਦ ਕੀਤਾ ਗਿਆ। ਠੀਕ ਹੈ, ਧਿਆਨ ਰੱਖਣਾ ਵੀ ਜ਼ਰੂਰੀ ਨਹੀਂ ਸੀਗਾ ਭਾਰਤੀਆਂ ਨੂੰ ਕੌਂਸਲ ਦੇ ਮੈਂਬਰ ਦੇ ਵਿੱਚ ਸ਼ਾਮਲ ਕਰਨਾ, ਪਰ ਇਸ ਦੇ ਬਾਵਜੂਦ ਵੀ ਲਾਰਡ ਕੈਨਿੰਗ ਨੇ 3 ਭਾਰਤੀਆਂ ਨੂੰ ਸ਼ਾਮਲ ਕੀਤਾ ਸੀ, ਬਨਾਰਸ ਦਾ ਰਾਜਾ, ਪਟਿਆਲੇ ਦਾ ਮਹਾਰਾਜ ਤੇ ਸਰ ਦਿਨਕਰ ਰਾਓ। ਠੀਕ ਹੈ ਜੀ, ਧਿਆਨ ਰੱਖਣਾ। ਹਾਂਜੀ, ਇਸ ਐਕਟ ਨੇ ਮਦਰਾਸ ਤੇ ਬੰਬੇ ਪ੍ਰੈਜ਼ੀਡੈਂਸੀ ਨੂੰ ਵਿਧਾਨਿਕ ਸ਼ਕਤੀਆਂ ਨੂੰ ਮੁੜ ਪ੍ਰਦਾਨ ਕਰਕੇ ਵਿਕੇਂਦਰੀਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ। ਠੀਕ ਹੈ ਜੀ, ਜਿਹੜਾ ਬੰਬੇ ਤੇ ਮਦਰਾਸ ਪ੍ਰੈਜ਼ੀਡੈਂਸੀ ਸੀਗੀਆਂ ਉਹਨਾਂ ਦੀਆਂ ਜਿਹੜੀਆਂ ਕਾਨੂੰਨ ਬਣਾਉਣ ਦੀਆਂ ਸ਼ਕਤੀਆਂ ਜਿਹੜੀਆਂ ਉਹ ਬੰਗਾਲ ਦੇ ਜਿਹੜਾ ਸੀਗਾ ਗਵਰਨਰ ਜਨਰਲ ਕੋਲ ਚਲੀਆਂ ਗਈਆਂ, ਬਾਅਦ ਵਿੱਚ ਗਵਰਨਰ ਜਨਰਲ ਆਫ ਇੰਡੀਆ ਦੇ ਕੋਲ ਚਲੀਆਂ ਗਈਆਂ। ਠੀਕ ਹੈ ਜੀ, ਪਰ ਇਸ ਜਿਹੜਾ 1858 ਦਾ ਭਾਰਤ ਸਰਕਾਰ ਦਾ ਐਕਟ ਸੀਗਾ ਇਹਦੇ ਵਿੱਚ 1861 ਦਾ ਜਿਹੜਾ ਭਾਰਤ ਸਰਕਾਰ ਕੌਂਸਲ ਐਕਟ ਸੀਗਾ ਇਹਦੇ ਵਿੱਚ ਜਿਹੜੀਆਂ ਸ਼ਕਤੀਆਂ ਦਾ ਮੁੜ ਵਿਕੇਂਦਰੀਕਰਨ ਕੀਤਾ ਗਿਆ ਤੇ ਮਦਰਾਸ ਤੇ ਬੰਬੇ ਪ੍ਰੈਜ਼ੀਡੈਂਸੀ ਨੂੰ ਕਾਨੂੰਨ ਬਣਾਉਣ ਦੀਆਂ ਸ਼ਕਤੀਆਂ ਵਾਪਸ ਦਿੱਤੀਆਂ ਗਈਆਂ। ਇਸ ਐਕਟ ਨੇ ਰੈਗੂਲੇਟਿੰਗ ਐਕਟ 1773 ਦੁਆਰਾ ਸ਼ੁਰੂ ਕੀਤੇ ਗਏ ਕੇਂਦਰੀਕਰਨ ਦੇ ਰੁਝਾਨ ਨੂੰ ਉਲਟਾ ਦਿੱਤਾ। ਠੀਕ ਹੈ ਜੀ, 1773 ਦਾ ਜਿਹੜਾ
ਸੀਗਾ ਉਹਦੇ ਵਿੱਚ ਕੇਂਦਰੀਕਰਨ 'ਤੇ ਜ਼ੋਰ ਦਿੱਤਾ ਗਿਆ ਸੀ। ਇਸ ਐਕਟ ਨੇ ਵਾਇਸਰਾਏ ਨੂੰ ਕੌਂਸਲ ਦੀ ਸਿਫਾਰਿਸ਼ ਤੋਂ ਬਿਨਾਂ ਐਮਰਜੈਂਸੀ ਦੇ ਸਮੇਂ ਆਰਡੀਨੈਂਸ ਜਾਰੀ ਕਰਨ ਦਾ ਵੀ ਅਧਿਕਾਰ ਦਿੱਤਾ। ਵੈਰੀ ਵੈਰੀ ਇੰਪੋਰਟੈਂਟ ਹੈ, ਬਹੁਤ ਸਾਰੇ ਐਗਜ਼ਾਮ 'ਚ ਪੁੱਛਿਆ ਜਾਂਦਾ ਵੀ ਵਾਇਸਰਾਏ ਨੂੰ ਆਰਡੀਨੈਂਸ ਜਾਰੀ ਕਰਨ ਦਾ ਅਧਿਕਾਰ ਹੈ ਜਿਹੜਾ ਉਹ ਕਿਸ ਐਕਟ ਦੇ ਤਹਿਤ ਮਿਲਿਆ ਸੀਗਾ? 1861 ਦੇ ਐਕਟ ਦੇ ਤਹਿਤ ਮਿਲਿਆ ਸੀਗਾ, ਠੀਕ ਹੈ ਜੀ। ਤੇ ਬਿਨਾਂ ਕੌਂਸਲ ਦੀ ਸਿਫਾਰਿਸ਼ ਤੋਂ, ਕਦੋਂ? ਜਦੋਂ ਐਮਰਜੈਂਸੀ ਹੋਵੇ ਉਸ ਸਮੇਂ, ਠੀਕ ਹੈ ਜੀ। ਤੇ ਇਹ ਜਿਹੜਾ ਆਰਡੀਨੈਂਸ ਜਾਰੀ ਕੀਤਾ ਜਾਂਦਾ ਸੀ ਇਹਦੀ ਮਿਆਦ 6 ਮਹੀਨੇ ਤੱਕ ਹੁੰਦੀ ਸੀ। ਇਸ ਐਕਟ ਦੇ ਅਨੁਸਾਰ ਵਾਇਸਰਾਏ ਹੋਣ ਪ੍ਰਸ਼ਾਸਨਿਕ ਤੇ ਵਿਧਾਨਿਕ ਕਾਰਜਾਂ ਦੇ ਲਈ ਨਵੇਂ ਪ੍ਰਾਂਤ ਬਣਾ ਸਕਦਾ ਸੀ ਤੇ ਉਹਨਾਂ ਦੇ ਲਈ ਲੈਫਟੀਨੈਂਟ ਗਵਰਨਰ ਦੀ ਵੀ ਨਿਯੁਕਤੀ ਕਰ ਸਕਦਾ ਸੀ, ਠੀਕ ਹੈ। ਧਿਆਨ ਰੱਖਣਾ ਇਹ ਜਿਹੜਾ ਵਾਇਸਰਾਏ ਉਹਦੇ ਕੋਲ ਪਾਵਰਾਂ ਹੋਰ ਵਧਾ ਦਿੱਤੀਆਂ ਗਈਆਂ, ਠੀਕ ਹੈ। ਪ੍ਰਸ਼ਾਸਨਿਕ ਕੰਮਾਂ ਦੇ ਲਈ ਤੇ ਵਿਧਾਨਿਕ ਕੰਮਾਂ ਦੇ ਲਈ ਨਵੇਂ ਜਿਹੜੇ ਸੂਬੇ ਬਣਾ ਸਕਦਾ ਸੀ ਤੇ ਉੱਥੇ ਉਹ ਲੈਫਟੀਨੈਂਟ ਗਵਰਨਰ ਜਾਂ ਉਪ ਰਾਜਪਾਲ ਹੈ ਉਹਦੀ ਨਿਯੁਕਤੀ ਵੀ ਕਰ ਸਕਦਾ ਸੀ। 1859 ਦੇ ਵਿੱਚ ਲਾਰਡ ਕੈਨਿੰਗ ਦੁਆਰਾ ਪੇਸ਼ ਕੀਤੀਆਂ ਗਈਆਂ ਪੋਰਟਫੋਲੀਓ ਪ੍ਰਣਾਲੀ ਨੂੰ ਵੀ ਮਾਨਤਾ ਦਿੱਤੀ ਗਈ। ਵੈਰੀ ਵੈਰੀ ਇੰਪੋਰਟੈਂਟ, ਇਹ ਵੀ ਐਗਜ਼ਾਮ 'ਚ ਪੁੱਛਿਆ ਜਾਂਦਾ ਵੀ ਪੋਰਟਫੋਲੀਓ ਸਿਸਟਮ ਹੈ ਉਹ ਕਿਸ ਐਕਟ ਦੇ ਤਹਿਤ ਲਾਗੂ ਕੀਤਾ ਗਿਆ? ਤਾਂ ਉਹ ਜਿਹੜਾ ਐਕਟ ਸੀਗਾ ਉਹ ਵੀ 1861 ਦਾ ਐਕਟ ਸੀਗਾ, ਠੀਕ ਹੈ, ਉਹਦੇ ਵਿੱਚ ਲਾਗੂ ਕੀਤਾ ਗਿਆ ਸੀ। ਤੇ ਇਹ ਜਿਹੜਾ ਲਾਰਡ ਕੈਨਿੰਗ ਦੇ ਦੁਆਰਾ 1859 ਦੇ ਵਿੱਚ ਪੋਰਟਫੋਲੀਓ ਜਿਹੜੀ ਪ੍ਰਣਾਲੀ ਹੈ ਇਹਨੂੰ ਪੇਸ਼ ਕੀਤਾ ਸੀ ਤੇ ਲਾਗੂ ਹੈ ਜਿਹੜਾ 1861 ਦੇ ਇੰਡੀਅਨ ਕੌਂਸਲ ਐਕਟ ਦੇ ਵਿੱਚ ਕੀਤਾ ਗਿਆ ਸੀ। ਹਾਂਜੀ, ਪੋਰਟਫੋਲੀਓ ਸਿਸਟਮ ਕੀ ਚੀਜ਼ ਹੈ? ਅੱਜ ਆਪਾਂ ਦੇਖਦੇ ਹਾਂ ਵੀ ਕੋਈ ਵੀ ਸਰਕਾਰ, ਚਾਹੇ ਸੈਂਟਰ ਗਵਰਨਮੈਂਟ ਹੈ ਚਾਹੇ ਸਟੇਟ ਗਵਰਨਮੈਂਟ ਹੈ, ਉਹ ਕੁਝ ਚੁਣੇ ਹੋਏ ਮੈਂਬਰਾਂ ਦੇ ਵਿੱਚੋਂ ਕੁਝ ਕਾਰਜਕਾਰੀ ਕੌਂਸਲ ਬਣਾ ਲੈਂਦੀ ਹੈ ਜਿਹਨੂੰ ਆਪਾਂ ਮੰਤਰੀ ਮੰਡਲ ਕਹਿੰਦੇ ਹਾਂ ਤੇ ਉਹਨਾਂ ਨੂੰ ਵੱਖ-ਵੱਖ ਮਹਿਕਮੇ ਦਿੱਤੇ ਜਾਂਦੇ ਆ, ਠੀਕ ਹੈ ਜੀ। ਇਹਨਾਂ ਮਹਿਕਮਿਆਂ ਦੀ ਵੰਡ ਨੂੰ ਹੀ ਪੋਰਟਫੋਲੀਓ ਕਹਿੰਦੇ ਆ, ਠੀਕ ਹੈ ਜੀ। ਪੋਰਟਫੋਲੀਓ ਪ੍ਰਣਾਲੀ ਦੇ ਵਿੱਚ ਕੀ ਕੀਤਾ? ਵਾਇਸਰਾਏ ਦੀ ਜਿਹੜੀ ਕੌਂਸਲ ਸੀ ਦੇ ਕਿਸੇ ਮੈਂਬਰ ਨੂੰ ਇੱਕ ਜਾਂ ਇੱਕ ਤੋਂ ਵੱਧ ਸਰਕਾਰੀ ਵਿਭਾਗ ਦਾ ਇੰਚਾਰਜ ਲਾਇਆ ਜਾਂਦਾ ਸੀਗਾ, ਠੀਕ ਹੈ ਜੀ। ਇੱਕ ਹੀ ਮੈਂਬਰ ਨੂੰ ਇੱਕ ਵਿਭਾਗ ਵੀ ਦਿੱਤਾ ਜਾਂਦਾ ਸੀ ਜਾਂ ਇੱਕ ਤੋਂ ਵੱਧ ਵਿਭਾਗਾਂ ਦਾ ਇੰਚਾਰਜ ਲਾ ਦਿੱਤਾ ਜਾਂਦਾ ਸੀ, ਠੀਕ ਹੈ ਜੀ। ਧਿਆਨ 'ਚ ਰੱਖਣਾ, ਇਹਨੂੰ ਪੋਰਟਫੋਲੀਓ ਸਿਸਟਮ ਕਹਿੰਦੇ ਆ ਤੇ 1861 ਦੇ ਚਾਰਟਰ ਐਕਟ ਦੇ ਵਿੱਚ ਇਹ ਲਿਆਂਦਾ ਗਿਆ ਸੀ। ਵਿਚ ਆਫ ਦੀ ਫੋਲੋਇੰਗ ਬ੍ਰਿਟਿਸ਼ ਐਕਟ ਬ੍ਰੌਟ 3 ਪ੍ਰੈਜ਼ੀਡੈਂਸੀ ਇਨਟੂ ਅ ਕਾਮਨ ਸਿਸਟਮ। ਦੱਸਣਾ ਹੈ ਵੀ ਇੱਕ ਕਾਮਨ ਸਿਸਟਮ ਦੇ ਵਿੱਚ ਲਿਆਂਦਾ ਸੀਗਾ ਬ੍ਰਿਟਿਸ਼ ਐਕਟ ਦੇ ਵਿੱਚ 3 ਪ੍ਰੈਜ਼ੀਡੈਂਸੀ ਨੂੰ, ਉਹ ਸੀ ਬੰਬਈ, ਮਦਰਾਸ ਤੇ ਬੰਗਾਲ ਦੀ, ਠੀਕ ਹੈ ਜੀ। ਇੰਡੀਅਨ ਕੌਂਸਲ ਐਕਟ 1861 ਸੀਗਾ। ਇਸ ਦੇ ਵਿੱਚ ਕੀ ਹੈ, ਬੰਬਈ ਤੇ ਮਦਰਾਸ ਤੇ ਜਿਹੜਾ ਬੰਗਾਲ ਸੀਗਾ ਉਹਨਾਂ ਨੂੰ ਕਾਨੂੰਨ ਬਣਾਉਂਦੀਆਂ ਜਿਹੜੀ ਆ ਉਹ ਗਵਰਨਰ ਜਨਰਲ ਨੂੰ ਆਗਿਆ ਮਿਲ ਗਈ ਸੀਗੀ, ਠੀਕ ਹੈ, ਗਵਰਨਰ ਨੂੰ ਆਗਿਆ ਮਿਲ ਗਈ ਸੀ। ਇਹ ਲਿਖਿਆ ਵਿੱਚੋਂ ਕਿਸ ਐਕਟ ਨੇ ਭਾਰਤ ਦੇ ਗਵਰਨਰ ਜਨਰਲ ਨੂੰ ਆਰਡੀਨੈਂਸ ਜਾਰੀ ਕਰਨ ਦਾ ਅਧਿਕਾਰ ਦਿੱਤਾ ਸੀ? ਹਾਂਜੀ, ਆਰਡੀਨੈਂਸ ਜਾਰੀ ਕਰਨ ਦਾ ਅਧਿਕਾਰ ਇੰਡੀਅਨ ਕੌਂਸਲ ਐਕਟ 1861 ਦੇ ਵਿੱਚ ਦਿੱਤਾ ਗਿਆ ਸੀ। ਹੇਠਾਂ ਦਿੱਤੇ ਕਾਨੂੰਨਾਂ ਦੇ ਵਿੱਚੋਂ ਭਾਰਤ ਵਿੱਚ ਪਹਿਲੀ ਵਾਰ ਪ੍ਰਤੀਨਿਧੀ ਸੰਸਥਾਵਾਂ ਦੀ ਸ਼ੁਰੂਆਤ ਕੀਤੀ ਗਈ, ਠੀਕ ਹੈ ਜੀ। ਪਹਿਲੀ ਵਾਰ ਪ੍ਰਤੀਨਿਧੀ ਸੰਸਥਾਵਾਂ ਦੀ ਜਿਹੜੀ ਸ਼ੁਰੂਆਤ ਹੈ ਉਹ ਵੀ 1861 ਦੇ ਕੌਂਸਲ ਆਫ ਇੰਡੀਆ ਐਕਟ ਦੇ ਵਿੱਚ ਕੀਤੀ ਗਈ ਸੀ। ਭਾਰਤ ਵਿੱਚ ਪ੍ਰਤੀਨਿਧੀ ਸਰਕਾਰ ਦੀ ਨੀਂਹ ਹੈ ਜਿਹੜੀ ਰੱਖੀ ਗਈ ਸੀ ਉਹ ਵੀ 1861 ਦੇ ਭਾਰਤੀ ਕੌਂਸਲ ਐਕਟ ਦੇ ਵਿੱਚ ਰੱਖੀ ਗਈ ਸੀ। ਗਵਰਨਰ ਜਨਰਲ ਕੌਂਸਲ ਨੂੰ ਵਧਾ ਕੇ ਪਹਿਲੀ ਵਾਰ ਆਖਰੀ ਵਿਧਾਨਿਕ ਮਸ਼ੀਨਰੀ ਬਣਾਈ ਗਈ, ਠੀਕ ਹੈ ਜੀ। ਗਵਰਨਰ ਜਨਰਲ ਕੌਂਸਲ ਨੂੰ ਵਧਾਇਆ ਗਿਆ ਸੀਗਾ, ਠੀਕ ਹੈ ਜੀ। ਤੇ ਪਹਿਲੀ ਵਾਰ ਵੱਖਰੀ ਵਿਧਾਨਿਕ ਮਸ਼ੀਨਰੀ ਬਣਾਈ ਗਈ ਸੀਗੀ, ਯਾਨੀ ਕਿ ਕਾਨੂੰਨ ਬਣਾਉਣ ਵਾਲੀ ਇੱਕ ਸੰਸਥਾ ਬਣਾ ਦਿੱਤੀ ਗਈ ਸੀ ਵੱਖਰੀ, 5 ਮੈਂਬਰੀ ਕਰ ਦਿੱਤੀ ਗਈ ਸੀ ਉਹ, ਤੇ ਕੌਂਸਲ ਆਫ ਇੰਡੀਆ ਐਕਟ 1861 ਦੇ ਦੁਆਰਾ ਵਿੱਚ। ਹਾਂਜੀ, 1861 ਦੇ ਐਕਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸੀ ਦੱਸਣਾ ਆਪਾਂ। ਗਵਰਨਰ ਜਨਰਲ ਨੂੰ ਲੋੜ ਪੈਣ ਤੇ ਆਰਡੀਨੈਂਸ ਜਾਰੀ ਕਰਨ ਦਾ ਅਧਿਕਾਰ ਦੇ ਦਿੱਤਾ ਗਿਆ ਸੀ, ਬਿਲਕੁਲ ਸਹੀ ਹੈ। ਹਾਂਜੀ, ਸੂਬਿਆਂ ਨੂੰ ਸਥਾਨਕ ਵਿਸ਼ਿਆਂ ਦੇ ਸੰਬੰਧ ਦੇ ਵਿੱਚ ਕਾਨੂੰਨ ਬਣਾਉਣ ਦੀ ਸ਼ਕਤੀ ਦਿੱਤੀ ਗਈ, ਨਹੀਂ ਅਜਿਹਾ ਕੁਝ ਨਹੀਂ ਸੀਗਾ। ਇਹ ਚਾਰਟਰ ਐਕਟ 1819 ਦੇ ਵਿੱਚ ਸੀਗਾ, ਠੀਕ ਹੈ ਜੀ। ਤੇ ਜ਼ਿੰਮੇਵਾਰ ਪ੍ਰਸ਼ਾਸਨ ਦੀ ਵੀ ਸਥਾਪਨਾ ਕੀਤੀ ਗਈ, ਇਸ ਤਰ੍ਹਾਂ ਦਾ ਵੀ ਕੁਝ ਨਹੀਂ ਸੀਗਾ। ਉਪਰੋਕਤ ਸਾਰੇ ਸੱਚ ਠੀਕ ਹਨ, ਇਹ ਵੀ ਗਲਤ ਹੈ ਤੇ ਰਾਈਟ ਆਂਸਰ ਬਣੇਗਾ 1। ਗਵਰਨਰ ਜਨਰਲ ਨੂੰ ਲੋੜ ਪੈਣ ਤੇ ਆਰਡੀਨੈਂਸ ਜਾਰੀ ਕਰਨ ਦਾ ਅਧਿਕਾਰ ਦਿੱਤਾ ਗਿਆ। ਹਾਂਜੀ, ਇੰਡੀਅਨ ਕੌਂਸਲ ਐਕਟ 1892। ਹਾਂਜੀ, 1892 ਤੋਂ ਪਹਿਲਾਂ ਬਣੇ ਜਿਹੜੇ ਐਕਟਾਂ ਦੇ ਕਾਰਨ ਭਾਰਤੀਆਂ ਨੂੰ ਕੁਝ ਹੱਦ ਤੱਕ ਜਨਤਕ ਸੇਵਾਵਾਂ ਤੇ ਅਰਥ ਵਿਵਸਥਾ ਵਿੱਚ ਦਾਖਲਾ ਮਿਲਣਾ ਸ਼ੁਰੂ ਹੋ ਗਿਆ ਸੀ, ਠੀਕ ਹੈ ਜੀ। 1892 ਤੋਂ ਪਹਿਲਾਂ ਜਿੰਨੇ ਵੀ ਐਕਟ ਬਣੇ ਸੀ ਉਹਦੇ ਵਿੱਚ ਕੁਝ ਕੁ ਹੱਦ ਤੱਕ ਭਾਰਤੀਆਂ ਨੂੰ ਪ੍ਰਸ਼ਾਸਨ ਦੇ ਵਿੱਚ ਜਾਂ ਜਿਵੇਂ ਕਿ ਜਨਤਕ ਸੇਵਾਵਾਂ ਦੀ ਇਕਨੋਮੀ ਦੇ ਵਿੱਚ ਜਿਹੜਾ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹਦੇ ਸਿੱਟੇ ਵਜੋਂ ਜਿਹੜੇ ਦੂਸਰੇ ਭਾਰਤੀਆਂ ਦੇ ਵਿੱਚ ਵੀ ਰਾਸ਼ਟਰਵਾਦ ਤੇ ਸਿਆਸੀ ਚੇਤਨਾ ਦਾ ਵਿਕਾਸ ਹੋਇਆ। 1885 ਦੇ ਵਿੱਚ ਕਾਂਗਰਸ ਦੇ ਗਠਨ ਤੋਂ ਬਾਅਦ ਕੇਂਦਰੀ ਅਤੇ ਸੂਬਾਈ ਸਰਕਾਰਾਂ ਦੇ ਵਿੱਚ ਭਾਰਤੀਆਂ ਦੀ ਮੌਜੂਦਗੀ ਦੀ ਮੰਗ ਤੇਜ਼ੀ ਨਾਲ ਵਧਣ ਲੱਗੀ ਵੀ ਜਿਹੜੀ ਕੇਂਦਰ ਸਰਕਾਰ ਬਣਦੀ ਹੈ ਤੇ ਸੈਂਟਰ ਗਵਰਨਮੈਂਟ ਬਣਦੀ ਹੈ ਤੇ ਇੱਕ ਜਿਹੜੀ ਪ੍ਰਾਂਤਾਂ ਦੇ ਵਿੱਚ ਇਹਨੂੰ ਸਟੇਟ ਗਵਰਨਮੈਂਟ ਕਹਿੰਦੇ ਆ ਉਹਦੇ ਵਿੱਚ ਵੀ ਭਾਰਤੀਆਂ ਨੂੰ ਸ਼ਾਮਲ ਕੀਤਾ ਜਾਵੇ। ਇਹਨਾਂ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬ੍ਰਿਟਿਸ਼ ਸਰਕਾਰ ਨੇ ਇੰਡੀਅਨ ਕੌਂਸਲ ਐਕਟ 1892 ਉਹ ਪਾਸ ਕੀਤਾ, ਠੀਕ ਹੈ ਜੀ। ਧਿਆਨ 'ਚ ਰੱਖਣਾ ਇਹਦੇ ਵਿੱਚ ਕੀ ਹੈ, ਭਾਰਤੀਆਂ ਨੂੰ ਜਿਹੜੀ ਸ਼ਮੂਲੀਅਤ ਕਰਨ ਦੇ ਲਈ ਐਕਟ ਲਿਆਂਦਾ ਸੀਗਾ ਪਾਰਲੀਮੈਂਟ ਦੇ ਵਿੱਚ, ਠੀਕ ਹੈ ਜੀ। 1892 ਦਾ ਜਿਹੜਾ ਐਕਟ ਸੀਗਾ ਇਹਦੇ ਮੁੱਖ ਉਪਬੰਧ ਇਸ ਪ੍ਰਕਾਰ ਹੈ। ਹਾਂਜੀ, ਇਸ ਐਕਟ ਨੇ ਵਿਧਾਨ ਪਰਿਸ਼ਦ ਦੇ ਕਾਰਜਾਂ ਦੇ ਵਿੱਚ ਵਾਧਾ ਕੀਤਾ ਤੇ ਵਿਧਾਨ ਪਰਿਸ਼ਦ ਨੂੰ ਬਜਟ ਉੱਤੇ ਬਹਿਸ ਕਰਨ, ਬਹੁਤ ਇੰਪੋਰਟੈਂਟ ਹੈ, ਇਹ ਐਗਜ਼ਾਮ 'ਚ ਪੁੱਛਿਆ ਗਿਆ ਵੀ ਕਿਸ ਐਕਟ ਦੇ ਤਹਿਤ ਵਿਧਾਨ ਪਰਿਸ਼ਦ ਨੂੰ ਬਜਟ ਤੇ ਬਹਿਸ ਕਰਨ ਦਾ ਅਧਿਕਾਰ ਦਿੱਤਾ ਗਿਆ, ਠੀਕ ਹੈ। 1892 ਦਾ ਜਾਂ ਵਿਧਾਨ ਪਰਿਸ਼ਦ ਦੇ ਕੰਮਾਂ ਦੇ ਵਿੱਚ ਵਾਧਾ ਕੀਤਾ ਗਿਆ ਉਹ ਵੀ 1892 ਦਾ ਐਕਟ ਸੀਗਾ। ਅਤੇ ਕਾਰਜਪਾਲਿਕਾ ਨੂੰ ਸਵਾਲਾਂ ਦੇ ਜਵਾਬ ਦੇਣ ਦਾ ਅਧਿਕਾਰ ਦਿੱਤਾ ਗਿਆ। ਤੇ ਕਾਰਜਪਾਲਿਕਾ ਦਾ ਮਤਲਬ ਮੰਤਰੀ ਮੰਡਲ ਹੈ ਜਿਹੜੀ ਵਿਧਾਨ ਪਰਿਸ਼ਦ ਦੇ ਵਿੱਚ ਦੂਸਰੇ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਦੇਣਗੇ, ਪਰ ਕਾਰਜਕਾਰਨੀ ਜਾਂ ਮੰਤਰੀ ਮੰਡਲ ਤੋਂ ਸਪਲੀਮੈਂਟਰੀ ਸਵਾਲ ਪੁੱਛਣ ਦਾ ਅਧਿਕਾਰ ਨਹੀਂ ਦਿੱਤਾ ਗਿਆ। ਜਿਵੇਂ ਕਿ ਅੱਜ ਕੱਲ੍ਹ ਹੁੰਦਾ ਹੈ ਇੱਕ ਸਵਾਲ ਪੁੱਛਿਆ ਜਾਂਦਾ ਹੈ ਤੇ ਸਵਾਲ ਦਾ ਜਵਾਬ ਦੇਣ ਤੋਂ ਬਾਅਦ ਫਿਰ ਸਪਲੀਮੈਂਟਰੀ ਕੁਐਸਚਨ ਕੀਤੇ ਜਾਂਦੇ ਆ, ਠੀਕ ਹੈ ਜੀ, ਪਰ ਇਹ ਅਧਿਕਾਰ ਨਹੀਂ ਦਿੱਤਾ ਗਿਆ। ਕੇਂਦਰੀ ਅਤੇ ਸੂਬਾਈ ਕੌਂਸਲਾਂ ਦੇ ਵਿੱਚ ਵਾਧੂ ਮੈਂਬਰਾਂ ਦੀ ਗਿਣਤੀ ਵਧਾਈ ਗਈ, ਠੀਕ ਹੈ ਜੀ। ਕੇਂਦਰ ਤੇ ਸੂਬੇ ਜਾਂ ਪ੍ਰਾਂਤਾਂ ਦੀਆਂ ਕੌਂਸਲਾਂ ਦੇ ਵਿੱਚ ਜਿਹੜੇ ਐਕਸਟਰਾ ਮੈਂਬਰਾਂ ਉਹਨਾਂ ਦੀ ਗਿਣਤੀ ਵਧਾ ਦਿੱਤੀ ਗਈ। ਕੇਂਦਰੀ ਕੌਂਸਲ ਦੇ ਵਿੱਚ ਗੱਲ ਕਰੀਏ ਤਾਂ ਵਾਧੂ ਮੈਂਬਰਾਂ ਦੀ ਗਿਣਤੀ ਘੱਟੋ ਘੱਟ 10 ਤੇ ਵੱਧ ਤੋਂ ਵੱਧ 16 ਕਰ ਦਿੱਤੀ ਗਈ, ਠੀਕ ਹੈ ਜੀ। ਕੇਂਦਰੀ ਕੌਂਸਲ ਦੀ ਗੱਲ ਹੋ ਰਹੀ ਹੈ। ਹਾਂਜੀ, ਸੂਬਾਈ ਕੌਂਸਲ ਦੇ ਵਿੱਚ ਵਾਧੂ, ਇਹ ਪ੍ਰਾਂਤਾਂ ਦੀ ਕੌਂਸਲ ਦੀ ਗੱਲ ਹੋ ਰਹੀ ਹੈ, ਇਹਦੇ ਵਿੱਚ ਮੈਂਬਰਾਂ ਦੀ ਗਿਣਤੀ ਵਧਾਈ ਗਈ। ਹਾਂਜੀ, ਬੰਬੇ ਮਦਰਾਸ ਦੇ ਵਿੱਚ ਇਹ ਗਿਣਤੀ ਜਿਹੜੀ ਵਧਾ ਕੇ 20 ਤੇ ਉੱਤਰ ਪ੍ਰਦੇਸ਼ ਦੇ ਵਿੱਚ 15 ਕੀਤੀ ਗਈ, ਠੀਕ ਹੈ ਜੀ। ਧਿਆਨ ਰੱਖਣਾ ਦੋਹਾਂ ਪਾਸੇ ਵਧਾਈ ਗਈ, ਸੈਂਟਰ ਗਵਰਨਮੈਂਟ ਦੇ ਵਿੱਚ ਵੀ ਵਧਾਈ ਗਈ ਵਾਧੂ ਮੈਂਬਰਾਂ ਦੀ ਗਿਣਤੀ ਕੌਂਸਲ ਦੇ ਵਿੱਚ ਤੇ ਪ੍ਰਾਂਤਾਂ ਦੇ ਵਿੱਚ ਵੀ ਵਧਾਈ ਗਈ। ਬੰਬੇ ਤੇ ਮਦਰਾਸ ਦੇ ਵਿੱਚ 20 ਵਧਾ ਦਿੱਤੀ ਗਈ ਤੇ ਉੱਤਰ ਪ੍ਰਦੇਸ਼ ਦੇ ਵਿੱਚ 15। ਇਸ ਐਕਟ ਦੇ ਰਾਹੀਂ ਕੇਂਦਰੀ ਅਤੇ ਸੂਬਾਈ ਵਿਧਾਨ ਪਰਿਸ਼ਦਾਂ ਦੇ ਵਿੱਚ ਗੈਰ ਸਰਕਾਰੀ ਮੈਂਬਰਾਂ ਦੀ ਗਿਣਤੀ ਵੀ ਵਧਾਈ ਗਈ, ਠੀਕ ਹੈ ਜੀ। ਤੇ 2/5 ਮਤਲਬ ਹੈ 40%।
ਜਿਹੜੇ 40% ਮੈਂਬਰ ਆ ਉਹ ਗੈਰ ਸਰਕਾਰੀ ਹੋਣਾ ਲਾਜ਼ਮੀ ਸੀ, ਠੀਕ ਹੈ ਜੀ, ਤੇ ਬਾਕੀ 60% ਮੈਂਬਰ ਉਹ ਸਰਕਾਰੀ ਹੋ ਸਕਦੇ ਸਨ, ਠੀਕ ਹੈ ਜੀ। ਬਹੁ ਗਿਣਤੀ ਕਹਿ ਲਓ, 60% ਦਾ ਮਤਲਬ ਹੈ ਬਹੁ ਗਿਣਤੀ ਜਿਹੜੀ ਮੈਂਬਰ ਉਹ ਸਰਕਾਰੀ ਮੈਂਬਰਾਂ ਦੀ ਹੀ ਰਹੀ ਇਸ ਐਕਟ ਦੇ ਵਿੱਚ। ਇਸ ਐਕਟ ਦੇ ਉਪਬੰਧਾਂ ਦੇ ਅਨੁਸਾਰ ਵਾਇਸਰਾਈ ਨੂੰ ਕੇਂਦਰੀ ਪ੍ਰੀਸ਼ਦ ਤੇ ਰਾਜਪਾਲਾਂ ਨੂੰ ਸੂਬਾਈ ਵਿਧਾਨ ਪ੍ਰੀਸ਼ਦ ਦੇ ਵਿੱਚ ਨਾਮਜ਼ਦ ਪ੍ਰਾਈਵੇਟ ਮੈਂਬਰਾਂ ਦੇ ਸੰਬੰਧ ਵਿੱਚ ਵਿਸ਼ੇਸ਼ ਅਧਿਕਾਰ ਦਿੱਤੇ ਗਏ। ਧਿਆਨ ਰੱਖਣਾ ਹੈ, ਕੇਂਦਰੀ ਪ੍ਰੀਸ਼ਦ ਸੀ ਜਿਹੜੀ ਉਹਦੇ ਵਿੱਚ ਵਾਇਸਰਾਈ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ, ਤੇ ਸੂਬੇ ਦੀ ਜਿਹੜੀ ਵਿਧਾਨ ਪ੍ਰੀਸ਼ਦ ਸੀਗੀ ਉਸ ਵਿੱਚ ਰਾਜਪਾਲਾਂ ਨੂੰ, ਠੀਕ ਹੈ, ਕਿਹਦੇ ਸੰਬੰਧ ਵਿੱਚ ਪ੍ਰਾਈਵੇਟ ਮੈਂਬਰ ਸੀ ਜਿਹੜੇ ਉਹਨਾਂ ਨੂੰ ਨਾਮਜ਼ਦ ਕਰਨ ਦੇ ਵਿੱਚ ਵਿਸ਼ੇਸ਼ ਅਧਿਕਾਰ ਦਿੱਤੇ ਗਏ। ਕਿਹਨੂੰ ਵਾਇਸਰਾਈ ਤੇ ਰਾਜਪਾਲ ਨੂੰ ਸੂਬੇ ਦੇ ਵਿੱਚ ਤੇ ਵਾਇਸਰਾਈ ਨੂੰ ਕੇਂਦਰ ਦੇ ਵਿੱਚ, ਠੀਕ ਹੈ ਜੀ। ਹਾਂਜੀ, ਗਵਰਨਰ ਨੂੰ ਸੂਬਾਈ ਵਿਧਾਨ ਸਭਾਵਾਂ ਦੇ ਵਿੱਚ, ਠੀਕ ਹੈ, ਜਿਹੜਾ ਗਵਰਨਰ ਆ ਉਹ ਸੂਬੇ ਦੇ ਵਿੱਚ ਸੀਗਾ ਤੇ ਵਾਇਸਰਾਈ ਆ ਜਿਹੜਾ ਉਹ ਸੈਂਟਰ ਦੇ ਵਿੱਚ ਸੀਗਾ। ਜਿਹੜੀਆਂ ਕੌਂਸਲ ਸੀਗੀਆਂ ਜਾਂ ਵਿਧਾਨ ਸਭਾਵਾਂ ਸੀ ਉਹਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ, ਨਗਰਪਾਲਿਕਾਵਾਂ, ਯੂਨੀਵਰਸਿਟੀਆਂ, ਟ੍ਰੇਡ ਯੂਨੀਅਨ, ਜ਼ਿਮੀਂਦਾਰਾਂ, ਚੈਂਬਰ ਆਫ ਕਮਰਸ ਦੀਆਂ ਸਿਫਾਰਸ਼ਾਂ ਤੇ ਗੈਰ ਸਰਕਾਰੀ ਮੈਂਬਰ ਨਿਯੁਕਤ ਕਰਨ ਦੀ ਵੀ ਸ਼ਕਤੀ ਦਿੱਤੀ ਗਈ। ਵੀ ਜ਼ਿਲ੍ਹਾ ਪ੍ਰੀਸ਼ਦ ਕੋਈ ਸਿਫਾਰਸ਼ ਕਰੇ ਕਿਸੇ ਮੈਂਬਰ ਨੂੰ ਤਾਂ ਉਸ ਨੂੰ ਵੀ ਉਹ ਗੈਰ ਸਰਕਾਰੀ ਮੈਂਬਰ ਦੇ ਤੌਰ ਤੇ ਗਵਰਨਰ ਨਿਯੁਕਤ ਕਰ ਸਕਦਾ ਸੀ। ਹਾਂਜੀ, ਵਿਚ ਆਫ ਦੀ ਫੋਲੋਇੰਗ ਬ੍ਰਿਟਿਸ਼ ਐਕਟ ਲੇਡ ਦੀ ਫਾਊਂਡੇਸ਼ਨ ਆਫ ਪਾਰਲੀਮੈਂਟਰੀ ਸਿਸਟਮ ਇਨ ਇੰਡੀਆ। ਹਾਂਜੀ, ਪਾਰਲੀਮੈਂਟਰੀ ਸਿਸਟਮ ਇਨ ਇੰਡੀਆ ਦੇ ਵਿੱਚ ਦੱਸਣਾ ਹੈ ਵੀ ਕਿਹੜਾ ਬ੍ਰਿਟਿਸ਼ ਐਕਟ ਹੈ ਜਿਸ ਨੇ ਨੀਂਹ ਰੱਖੀ ਸੀ। ਹਾਂਜੀ, 1892 ਦਾ ਐਕਟ ਸੀਗਾ। ਹਾਂਜੀ, ਕਿਸ ਮਾਧਿਅਮ ਰਾਹੀਂ ਪਹਿਲੀ ਵਾਰ ਭਾਰਤੀ ਸ਼ਾਸਨ ਪ੍ਰਣਾਲੀ ਦੇ ਵਿੱਚ ਪ੍ਰਤੀਨਿਧੀ ਤੇ ਲੋਕਪ੍ਰਿਯ ਤੱਤ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਂਜੀ, ਪ੍ਰਤੀਨਿਧੀ ਤੇ ਲੋਕਪ੍ਰਿਯ ਤੱਤ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਸੀ ਉਹ 1892 ਦਾ ਜਿਹੜਾ ਭਾਰਤੀ ਕੌਂਸਲ ਐਕਟ ਸੀਗਾ। ਕਿਸ ਐਕਟ ਨੇ ਅਸਿੱਧੇ ਚੌਰ ਪ੍ਰਣਾਲੀ ਦੀ ਜਿਹੜੀ ਸ਼ੁਰੂਆਤ ਹੈ ਉਹਨੂੰ ਮੰਨਿਆ ਸੀ? ਇਹ 1892 ਦਾ ਚਾਰਟਰ ਐਕਟ ਸੀਗਾ। ਹਾਂਜੀ, ਇਹ ਲਿਖਿਆਂ ਵਿੱਚੋਂ ਕਿਸ ਐਕਟ ਨੇ ਭਾਰਤੀਆਂ ਨੂੰ ਵਿਧਾਨ ਪ੍ਰੀਸ਼ਦ ਦੇ ਵਿੱਚ ਬਜਟ ਤੇ ਬਹਿਸ ਕਰਨ ਦੀ ਸ਼ਕਤੀ ਦਿੱਤੀ ਸੀ? ਹਾਂਜੀ, ਇਹ ਸੀ 1892 ਦਾ, ਠੀਕ ਹੈ ਜੀ। ਤੇ ਜਿਹੜੀ ਕਾਰਜਕਾਰੀ ਕਰਨ ਸੀਗੀ ਉਹ ਸਵਾਲਾਂ ਦੇ ਜਵਾਬ ਦਿੰਦੀ ਸੀ, ਪਰ ਸਪਲੀਮੈਂਟਰੀ ਸਵਾਲ ਪੁੱਛਣ ਦਾ ਅਧਿਕਾਰ ਨਹੀਂ ਦਿੱਤਾ ਗਿਆ ਸੀ ਭਾਰਤੀਆਂ ਨੂੰ। ਇਹ ਲਿਖਿਆਂ ਵਿੱਚ ਜੋੜਿਆਂ ਵਿੱਚ ਦੱਸਣਾ ਕਿਹੜਾ ਸਹੀ ਮੇਲ ਖਾਂਦਾ ਹੈ। ਹਾਂਜੀ, ਭਾਰਤੀ ਕੌਂਸਲ ਐਕਟ 1892 ਚੋਣ ਦੱਸਦਾ। ਹਾਂਜੀ, ਇਹਦੇ ਵਿੱਚ ਅਪਰਤਕ ਵਿਧੀ ਨਾਲ ਚੋਣ ਕੀਤੀ ਜਾਂਦੀ ਸੀਗੀ, ਇਹ ਰਾਈਟ ਹੋਏਗਾ ਕਿਉਂਕਿ ਇਹ ਨਾਮਜ਼ਦ ਕੀਤੇ ਜਾਂਦੇ ਸੀ ਮੈਂਬਰ ਲੋਕਾਂ ਦੁਆਰਾ ਨਹੀਂ, ਜਿਵੇਂ ਕਿ ਨਗਰਪਾਲਿਕਾਵਾਂ, ਜ਼ਿਲ੍ਹਾ ਪ੍ਰੀਸ਼ਦ ਦੁਆਰਾ ਕੁਝ ਮੈਂਬਰ ਨਾਮਜ਼ਦ ਕੀਤੇ ਜਾਂਦੇ ਸੀ, ਠੀਕ ਹੈ ਜੀ। ਮੈਨੂੰ ਉਮੀਦ ਹੈ ਅੱਜ ਦਾ ਸੈਸ਼ਨ ਤੁਹਾਨੂੰ ਪਸੰਦ ਆਇਆ ਹੋਵੇਗਾ। ਧੰਨਵਾਦ।